ਹੈਲੋ ਪ੍ਰੇਜ਼ ਦ ਲਾਰਡ ਸ਼ਾਲੋਮ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਇੱਕ ਵਾਰ ਫਿਰ ਅਸੀਂ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਜਿਸ ਨੇ ਅੱਜ ਸਾਨੂੰ ਸਮਾਂ ਦਿੱਤਾ ਕਿ ਅਸੀਂ ਇੱਕ ਵਾਰ ਫਿਰ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋ ਸਕੀਏ। ਅਸੀਂ ਪਰਮੇਸ਼ਵਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਸੱਚਮੁੱਚ ਪਰਮੇਸ਼ਵਰ ਭਲੇ ਹਨ। ਔਰ ਅੱਜ ਦੇ ਵਚਨ ਦੇ ਲਈ ਜੋ ਅਸੀਂ ਅੱਜ ਵਚਨ ਸੁਣਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ, ਆਓ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੀਏ। ਰਾਜਿਆਂ ਦੀ ਦੂਜੀ ਕਿਤਾਬ ਜਦੋਂ ਅਸੀਂ ਉਸਦਾ 6 ਅਧਿਆਇ ਤੇ ਉਹਦਾ 16 ਵਚਨ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ, ਉਸਨੇ ਆਖਿਆ, ਨਾ ਡਰ ਕਿਉਂ ਜੋ ਸਾਡੇ ਨਾਲ ਉਹਨਾਂ ਦੇ ਨਾਲ ਦਿਆਂ ਨਾਲੋਂ ਵਾਲੇ ਹਨ। ਹਾਲੇਲੂਇਆ। ਪਰਮ ਪਿਤਾ ਪਰਮੇਸ਼ਰ ਦੀ ਮਹਿਮਾ ਹੋਵੇ। ਸਭ ਤੋਂ ਪਹਿਲੀ ਗੱਲ ਜਿਹੜੀ ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਸਾਨੂੰ ਦੱਸਦਾ ਹੈ, ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ਰ ਦੀ ਬਾਣੀ ਵਿੱਚ ਲਿਖਿਆ ਹੈ ਕਿ ਨਾ ਡਰ। ਇੱਕ ਵਾਰ ਨਹੀਂ, ਬਾਈਬਲ ਵਿੱਚ 366 ਵਾਰ ਅਸੀਂ ਦੇਖਦੇ ਹਾਂ ਲਿਖਿਆ ਹੈ ਨਾ ਡਰ। ਇਹ ਸ਼ਬਦ ਜਿਹੜਾ ਹੈ ਬਾਈਬਲ ਦੇ ਵਿੱਚ ਬਾਰ-ਬਾਰ ਆਉਂਦਾ ਹੈ ਔਰ ਇਹ ਇਸ ਲਈ ਹੈ ਤਾਂ ਕਿ ਅਸੀਂ ਆਪਣੇ ਜੀਵਨ ਦੇ ਵਿੱਚੋਂ ਉਸ ਡਰ ਨੂੰ, ਜਿਹੜਾ ਡਰ ਪਰਮੇਸ਼ਵਰ ਦਾ ਨਹੀਂ ਆ, ਉਹ ਡਰ ਦੂਜੀਆਂ ਚੀਜ਼ਾਂ ਦਾ ਹੈ, ਦੁਸ਼ਮਣਾਂ ਦਾ ਹੈ ਔਰ ਹਰ ਇੱਕ ਉਸ ਪਰਿਸਥਿਤੀ ਦਾ ਹੈ ਜੋ ਸਾਡੇ ਵਿਰੋਧ ਦੇ ਵਿੱਚ ਹੈ, ਉਸ ਡਰ ਨੂੰ ਕੱਢਣ ਲਈ ਕਿਹਾ ਗਿਆ ਹੈ। ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਕਿ ਕਿਉਂ ਜੋ ਜਿਹੜੇ ਉਹਨਾਂ ਨਾਲ ਹਨ ਉਹਨਾਂ ਨਾਲੋਂ ਜ਼ਿਆਦਾ ਸਾਡੇ ਨਾਲ ਹਨ। ਇਹ ਕਿਉਂ ਇਸ 'ਤੇ ਲਿਖਿਆ ਹੈ? ਪਰਮੇਸ਼ਰ ਦਾ ਧੰਨਵਾਦ ਹੈ ਕਿ ਅੱਜ ਬਹੁਤ ਸਾਰੇ ਲੋਕ ਕਈ ਵਾਰ ਸੋਚਦੇ ਨੇ ਕਿ ਮੇਰੇ ਨਾਲ ਕੋਈ ਨਹੀਂ ਹੈਗਾ, ਸ਼ਾਇਦ ਮੈਂ ਇਕੱਲਾ ਹਾਂ, ਪਰ ਪਰਮੇਸ਼ਰ ਦਾ ਵਾਅਦਾ ਹੈ ਕਿ ਪਰਮੇਸ਼ਵਰ ਦੇ ਦੂਤ, ਪਰਮੇਸ਼ਵਰ ਦੀ ਫੌਜ ਔਰ ਜਿਹੜੀ ਪਰਮੇਸ਼ਵਰ ਦੀ ਆਤਮਿਕ ਫੌਜ ਜਿਹੜੀ ਹੈਗੀ ਆ ਉਹ ਸਾਡੇ ਨਾਲ ਹੈ। ਪਰਮੇਸ਼ਵਰ ਦੀ ਤਾਰੀਫ ਹੋਵੇ ਕਿ ਉਸ ਫੌਜ ਦਾ ਕੋਈ ਟਾਕਰਾ ਨਹੀਂ ਕਰ ਸਕਦਾ ਔਰ ਉਹ ਹਥਿਆਰ, ਕੋਈ ਦੁਨੀਆ ਦਾ ਹਥਿਆਰ ਉਸ ਫੌਜ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਪਰਮੇਸ਼ਵਰ ਦਾ ਇੱਕ ਸੋਲਜਰ ਹੀ ਸਾਡੇ ਲਈ ਕਾਫੀ ਹੁੰਦਾ ਹੈ। ਪਰਮੇਸ਼ਵਰ ਦਾ ਵਚਨ ਕਹਿੰਦਾ ਕਿ ਜੇ ਖੁਦਾ ਇੱਕ ਆਪਣੇ ਦੂਤ ਨੂੰ ਆਗਿਆ ਦੇਵੇ ਤੇ ਉਹ ਸਾਰੇ ਹੀ ਸੰਸਾਰ ਦਾ ਇੱਕ ਦੂਤ ਹੀ ਕਾਫੀ ਹੈ ਸਾਰੇ ਸੰਸਾਰ ਦਾ ਨਾਸ਼ ਕਰਨ ਵਾਸਤੇ। ਪਰ ਪਰਮੇਸ਼ਰ ਦਾ ਧੰਨਵਾਦ ਹੈ ਕਿ ਪਰਮੇਸ਼ਰ ਬਚਾਉਣ ਵਾਲਾ ਪਰਮੇਸ਼ਰ ਹੈ। ਉਹ ਚਾਹੁੰਦਾ ਹੈ ਕਿ ਅਸੀਂ ਸਭ ਬਚ ਜਾਈਏ। ਅਸੀਂ ਇੱਥੇ ਵੇਖਦੇ ਹਾਂ ਕਈ ਵਾਰ ਡਰ ਆਉਂਦਾ ਹੈ। ਸੰਸਾਰ ਦੇ ਵਿੱਚ ਰਹਿੰਦੇ ਹਾਂ, ਬੜੀਆਂ ਸਮੱਸਿਆਵਾਂ, ਬੜੀਆਂ ਮੁਸ਼ਕਲਾਂ, ਬੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਅਤੇ ਡਰ ਜ਼ਿੰਦਗੀ ਵਿੱਚ ਸਮਾ ਜਾਂਦਾ ਹੈ। ਅਤੇ ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ, ਪਹਿਲੀ ਗੱਲ ਇਹ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਵੋ ਕਿ ਡਰਨਾ ਨਹੀਂ ਹੈ, ਕਿਉਂਕਿ ਲਿਖਿਆ ਨਾ ਡਰ। ਕਿਉਂ ਜੋ ਜਿਹੜਾ ਡਰਦਾ ਹੈ ਉਹਦੇ ਨਾਲ ਖੁਦਾ ਨਹੀਂ, ਉਹਦੇ ਨਾਲ ਪਰਮੇਸ਼ਵਰ ਦੇ ਦੂਤਾਂ ਦੀ ਫੌਜ ਨਹੀਂ ਰਹਿੰਦੀ ਜਿਹੜਾ ਡਰਦਾ ਹੈ। ਪਰ ਜਿਹੜਾ ਨਹੀਂ ਡਰਦਾ, ਜਿਹੜਾ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਦਾ ਹੈ, ਪਰਮੇਸ਼ਰ ਉਹਦੇ ਨਾਲ ਰਹਿੰਦਾ ਹੈ। ਜਦੋਂ ਅਸੀਂ ਇਸ ਦੇ 14 ਆਇਤ ਦੇ ਵਿੱਚ ਵੇਖਦੇ ਹਾਂ, 6 ਦੀ 14 ਆਇਤ ਨੂੰ, ਤਾਂ ਉੱਥੇ ਲਿਖਿਆ ਹੈ ਇਹ ਘਟਨਾ ਕੀ ਹੈ ਆਪਾਂ ਵੇਖ ਲਵਾਂਗੇ। ਸੋ ਉਹਨਾਂ ਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਉਧਰ ਘੱਲਿਆ ਅਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ। ਜਦੋਂ ਸੀਰੀਆ ਦੇ ਰਾਜਾ ਨੇ ਅਲੀਸ਼ਾ ਨੂੰ ਫੜਨ ਦੇ ਲਈ, ਬਾਈਬਲ ਸਾਨੂੰ ਦੱਸਦੀ ਕਿ ਰੱਬ ਦੇ ਸੇਵਕ ਦੇ ਵਿਰੁੱਧ, ਰੱਬ ਦੇ ਇੱਕ ਖਾਦਮ ਦੇ ਵਿਰੁੱਧ, ਇੱਕ ਸੇਵਕ ਦੇ ਵਿਰੁੱਧ ਜੋ ਪਰਮੇਸ਼ਵਰ ਦਾ ਪ੍ਰੋਫਿਟ, ਪਰਮੇਸ਼ਵਰ ਦਾ ਨਬੀ ਹੈ, ਉਸ ਦੇ ਵਿਰੋਧ ਦੇ ਵਿੱਚ ਸੀਰੀਆ ਦੇ ਰਾਜਾ ਨੇ ਆਪਣੀ ਫੌਜ ਘੱਲ ਕੇ ਉਸ ਨੂੰ ਰਾਤੋਂ ਰਾਤ ਸਾਰੇ ਸ਼ਹਿਰ ਨੂੰ ਘੇਰ ਲਿਆ। ਘੋੜਿਆਂ ਤੇ ਰੱਥਾਂ ਦੇ ਨਾਲ ਪੂਰੀ ਫੌਜ ਨੇ ਆ ਕੇ ਉਸ ਸ਼ਹਿਰ ਨੂੰ ਘੇਰਾ ਪਾ ਲਿਆ। 15 ਆਇਤ ਬਿਆਨ ਕਰਦੀ ਆ, ਜਦ ਪਰਮੇਸ਼ਰ ਦੇ ਜਨ ਦਾ ਟਹਿਲੂਆ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਭਾਈ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਹਦੇ ਟਹਿਲੂਏ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ? ਧਿਆਨ ਦੇਈਏ ਇਸ ਗੱਲ ਤੇ। ਪਰਮੇਸ਼ਵਰ ਦੀ ਬਾਣੀ ਸਾਨੂੰ ਕੀ ਦੱਸਦੀ ਹੈ ਕਿ ਉਸ ਦਾ ਧਿਆਨ, ਉਸ ਚਾਕਰ ਦਾ, ਉਸ ਨੌਕਰ ਦਾ ਧਿਆਨ ਕਿੱਥੇ ਗਿਆ? ਉਸ ਦਾ ਧਿਆਨ ਗਿਆ ਉਸ ਵਕਤ ਦੀ ਮੌਜੂਦਾ ਸਿਚੁਏਸ਼ਨ ਦੇ ਉੱਤੇ। ਉਹ ਇੱਕਦਮ ਹੈਰਾਨ ਹੋ ਗਿਆ, ਇੱਕਦਮ ਉਹ ਡਰ ਗਿਆ, ਇੱਕਦਮ ਉਹ ਘਬਰਾ ਗਿਆ ਕਿ ਹੁਣ ਅਸੀਂ ਕੀ ਕਰੀਏ। ਕਈ ਵਾਰ ਤੁਹਾਡੇ ਤੇ ਸਾਡੇ ਜੀਵਨ ਦੇ ਵਿੱਚ ਵੀ ਜਦੋਂ ਹਾਲਾਤ ਸਾਡੇ ਵਿਰੁੱਧ ਹੁੰਦੇ ਨੇ ਤੇ ਸਾਡੇ ਕੋਲੋਂ ਤੇ ਤੁਹਾਡੇ ਕੋਲ ਵੀ ਇੱਕੋ ਹੀ ਸਵਾਲ ਉੱਠਦਾ ਹੈ ਤੇ ਉਹ ਇਹ ਕਿ ਹਾਏ ਅਸੀਂ ਹੁਣ ਕਿਆ ਕਰੀਏ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਇਸ ਪਰਿਸਥਿਤੀ ਦੇ ਵਿੱਚ ਪਰਮੇਸ਼ਰ ਦਾ ਵਚਨ ਜਦੋਂ ਅਸੀਂ 16 ਆਇਤ ਨੂੰ ਪੜ੍ਹਦੇ ਤਾਂ ਲਿਖਿਆ ਕਿ ਖੁਦਾ ਦੇ ਸੇਵਕ ਨੇ ਕਿਹਾ, ਨਾ ਡਰ, ਕਿਉਂਕਿ ਜਿਹੜੇ ਸਾਨੂੰ ਘੇਰ ਕੇ ਖੜੇ ਨਾਲੋਂ ਵਾਲੇ ਸਾਡੇ ਨਾਲ ਹਨ। ਪਰ ਦਿਖਾਈ ਨਹੀਂ ਦਿੰਦੇ ਸੀਗੇ। ਧਿਆਨ ਦਿਓ, ਜਦੋਂ ਸਾਡੇ ਨਾਲ ਕੋਈ ਦਿਖਾਈ ਨਾ ਦੇਵੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਯਾਦ ਰੱਖੋ ਕਿ ਅਸੀਂ ਉਸ ਪਰਿਸਥਿਤੀ ਨੂੰ ਨਾ ਵੇਖੀਏ ਜਿਹੜੀ ਸਾਡੇ ਵਿਰੋਧ ਦੇ ਵਿੱਚ ਖੜੀ ਹੈ, ਪਰ ਉਸ ਨੂੰ ਵੇਖੀਏ ਜੋ ਵਿਖਾਈ ਨਹੀਂ ਦੇ ਰਿਹਾ।
ਦੇਖੋ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਸਵਰਗ ਦੀ ਪ੍ਰਜਾ ਹਾਂ, ਅਸੀਂ ਸਵਰਗ ਦੇ ਹਾਂ, ਅਸੀਂ ਪਰਮੇਸ਼ਵਰ ਦੇ ਹਾਂ। ਜੇ ਅਸੀਂ ਪਰਮੇਸ਼ਵਰ ਦੀ ਪ੍ਰਜਾ ਦੇ ਹਾਂ ਤਾਂ ਪਰਮੇਸ਼ਵਰ ਆਪਣੀ ਪ੍ਰਜਾ ਨੂੰ ਕਦੀ ਇਕੱਲਿਆਂ ਨਹੀਂ ਛੱਡਦਾ, ਨਾ ਕਦੀ ਅਨਾਥ ਛੱਡਦਾ ਹੈ। ਪਰਮੇਸ਼ਵਰ ਦਾ ਵਾਅਦਾ ਹੈ ਕਿ ਮੈਂ ਤੁਹਾਨੂੰ ਕਦੀ ਅਨਾਥ ਨਹੀਂ ਛੱਡਾਂਗਾ। ਸੋ ਇਸ ਜਗ੍ਹਾ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਇੱਕ ਇਜ਼ਰਾਈਲ ਦੀ ਘਟਨਾ ਅਸੀਂ ਪੜ੍ਹ ਰਹੇ ਹਾਂ ਇਸ ਵਚਨ ਦੇ ਵਿੱਚ, ਔਰ ਤੁਸੀਂ ਜਾਣਦੇ ਹੋ ਇਸ ਵਕਤ ਮੌਜੂਦਾ ਜੋ ਹਾਲਾਤ ਨੇ ਇਹ ਵੀ ਇਜ਼ਰਾਈਲ ਦੇ ਨਾਲ ਸੱਚ ਹੈ ਕਿ ਅੱਜ ਵੀ ਇਜ਼ਰਾਈਲ ਆਪਣੇ ਦੁਸ਼ਮਣਾਂ ਦੇ ਵਿੱਚ ਬੈਠਾ ਹੈ, ਔਰ ਇਜ਼ਰਾਈਲ ਦੇ ਨਾਲ ਪਰਮੇਸ਼ਵਰ ਦੀ ਸਾਮਰਥ ਅੱਜ ਵੀ ਕੰਮ ਕਰਦੀ ਹੈ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸੀਰੀਆ ਦਾ ਰਾਜਾ ਹੀ ਬਹੁਤ ਦੇਰ ਦੀਆਂ ਗੱਲਾਂ ਨੇ ਚੱਲਦੀਆਂ ਆ ਰਹੀਆਂ ਨੇ। ਸੀਰੀਆ ਦਾ ਰਾਜਾ ਜੋ ਕੁਝ ਵੀ ਗੁਪਤ ਪਲਾਨ ਬਣਾਉਂਦਾ ਸੀ ਉਹ ਸਾਰੀਆਂ ਗੱਲਾਂ ਪਰਮੇਸ਼ਵਰ ਆਪਣੇ ਜਨ ਉੱਤੇ ਪ੍ਰਗਟ ਕਰ ਦਿੰਦਾ ਸੀ, ਔਰ ਉਹ ਬੜਾ ਹੈਰਾਨ ਸੀ ਕਿ ਸਾਡੀਆਂ ਗੱਲਾਂ ਕਿੱਦਾਂ ਪਹੁੰਚ ਜਾਂਦੀਆਂ, ਸਾਡੀ ਗੁਪਤ ਪਲੈਨਿੰਗ ਕਿੱਦਾਂ ਲੀਕ ਹੋ ਜਾਂਦੀ ਆ। ਤੇ ਉਹਨੂੰ ਪਤਾ ਲੱਗਾ, ਉਹਨੇ ਪਤਾ ਲਗਾਇਆ ਤੇ ਉਹਨੂੰ ਇਹ ਪਤਾ ਲੱਗਿਆ ਕਿ ਉੱਥੇ ਇੱਕ ਬੰਦਾ ਜਿਹੜਾ ਰੱਬ ਦਾ ਸੇਵਕ ਹੈ, ਪਰਮੇਸ਼ਵਰ ਦਾ ਜਨ ਹੈ, ਉਹਦਾ ਨਾਮ ਅਲੀਸ਼ਾ ਹੈ। ਉਹ ਸਾਰੀਆਂ ਗੱਲਾਂ ਉਹਦੇ ਕੋਲ ਪਹੁੰਚ ਜਾਂਦੀਆਂ ਨੇ, ਪਰਮੇਸ਼ਵਰ ਉਹਨੂੰ ਸਾਰੀਆਂ ਗੱਲਾਂ ਦੱਸਦਾ ਹੈ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਸ ਪਰਮੇਸ਼ਵਰ ਦੇ ਜਨ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਉਸ ਨੂੰ ਫੜ ਲਈਏ। ਪਰਮੇਸ਼ਰ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਉਸ ਨੂੰ ਘੇਰਾ ਪਾਉਣ ਲਈ ਰਾਤ ਨੂੰ ਪੂਰੀ ਰਾਤੋਂ ਰਾਤ ਕੀ ਕਰ ਲਿਆ, ਆਪਣੀ ਪੂਰੀ ਫੌਜ ਦੇ ਨਾਲ ਸੀਰੀਆ ਦੇ ਰਾਜਾ ਨੇ ਅਲੀਸ਼ਾ ਨੂੰ ਪਕੜਨ ਦੇ ਲਈ, ਉਸ ਨੂੰ ਫੜਨ ਦੇ ਲਈ ਆਪਣੀ ਫੌਜ ਭੇਜੀ। ਪਰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਇਸ ਜਗ੍ਹਾ ਤੇ ਜਿਸ ਵੇਖਦੇ ਹਾਂ ਕਿ ਉਸ ਪਰਮੇਸ਼ਰ ਦੇ ਜਨ ਦੀ ਸਟੇਟਮੈਂਟ ਕੀ ਸੀ। ਉਸਨੇ ਕਿਹਾ ਕਿ ਇਹਨਾਂ ਨਾਲੋਂ ਜ਼ਿਆਦਾ ਸਾਡੇ ਨਾਲ ਹਨ। ਕਿਹੜੇ ਨਾਲ ਹਨ? ਉਸ ਵਕਤ ਕੋਈ ਬੰਦਾ ਦਿਖਾਈ ਨਹੀਂ ਦੇ ਰਿਹਾ, ਕੋਈ ਵਿਅਕਤੀ ਦਿਖਾਈ ਨਹੀਂ ਦੇ ਰਿਹਾ ਉਹਦੇ ਨਾਲ, ਪਰ ਪਰਮੇਸ਼ਰ ਦੀ ਫੌਜ ਉਹਦੇ ਨਾਲ ਖੜੀ ਹੈ। ਕਿਵੇਂ ਪਤਾ ਚੱਲਦਾ? ਬਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ 17 ਆਇਤ ਨੂੰ ਵੇਖਦੇ ਹਾਂ ਤਾਂ ਉਸ ਵਕਤ ਪਰਮੇਸ਼ਰ ਦੇ ਜਨ ਨੇ ਪ੍ਰਾਰਥਨਾ ਕੀਤੀ। ਲਿਖਿਆ 17 ਆਇਤ ਦੇ ਵਿੱਚ, ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੇ ਯਹੋਵਾ ਤੂੰ ਉਹਦੀਆਂ ਅੱਖਾਂ ਖੋਲ ਪਾਈਓ ਵੇਖੇ। ਅਤੇ ਯਹੋਵਾ ਨੇ ਉਸ ਜਵਾਨ ਦੀਆਂ ਅੱਖਾਂ ਖੋਲ ਦਿੱਤੀਆਂ ਅਤੇ ਉਹਨੇ ਨਿਗਾਹ ਕਰਕੇ ਵੇਖਿਆ, ਭਾਈ ਅਲੀਸ਼ਾ ਦੇ ਦਿਵਾਲੇ ਦਾ ਪਹਾੜ ਅਗਨ ਦੇ ਘੋੜੇ ਤੇ ਰੱਥਾਂ ਨਾਲ ਭਰਿਆ ਹੋਇਆ ਹੈ। ਹਾਲੇਲੂਇਆ, ਪ੍ਰਭੂ ਦੇ ਪਵਿੱਤਰ ਨਾਮ ਨੂੰ ਮਹਿਮਾ ਮਿਲੇ, ਕਿਉਂਕਿ ਬਾਣੀ ਦੱਸਦੀ ਹੈ ਕਿ ਰੱਬ ਦੇ ਸੇਵਕ ਨੇ ਪ੍ਰਾਰਥਨਾ ਕੀਤੀ, ਇੱਕ ਬੇਨਤੀ ਕੀਤੀ ਕਿ ਪਰਮੇਸ਼ਵਰ ਦੀਆਂ ਅੱਖਾਂ ਨੂੰ ਖੋਲ ਦੇ, ਕਿਉਂਕਿ ਇਹ ਉਹ ਦੇਖ ਰਿਹਾ ਜੋ ਇਹਨੂੰ ਦਿਖਾਈ ਦੇ ਰਿਹਾ, ਪਰ ਇਹਨੂੰ ਉਹ ਦਿਖਾਈ ਨਹੀਂ ਦੇ ਰਿਹਾ ਜੋ ਪਰਮੇਸ਼ਵਰ ਦੇ ਵੱਲੋਂ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਅੱਜ ਮੈਂ ਦੱਸਣਾ ਚਾਹੁੰਦਾ, ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਦੇ ਮੌਜੂਦਾ ਹਾਲਾਤਾਂ ਤੋਂ ਡਰਦੇ ਨੇ। ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਇਹੋ ਜਿਹਾ ਕਠਿਨ ਸਮੇਂ ਚੱਲ ਰਿਹਾ, ਜਦੋਂ ਕਿ ਅੱਜ ਲੋਕ ਜਿਹੜੇ ਨੇ ਉਹ ਕਰੋਨਾ ਵਾਇਰਸ ਦੇ ਕਾਰਨ ਔਰ ਕੋਵਿਡ-19 ਦੇ ਕਾਰਨ, ਤੁਹਾਨੂੰ ਪਤਾ ਪੂਰਾ ਵਰਲਡ ਦੇ ਵਿੱਚ ਕੀ ਹੈਗਾ, ਇੱਕ ਅਲੱਗ ਜਿਹਾ ਮਾਹੌਲ ਬਣਿਆ ਹੋਇਆ ਹੈ। ਔਰ ਅੱਜ ਵੈਕਸੀਨ ਨੂੰ ਲੈ ਕੇ ਵੀ ਤਰ੍ਹਾਂ ਦੀਆਂ ਅੱਜ ਗੱਲਾਂ ਜਿਹੜੀਆਂ ਨੇ ਉਹ ਨਿਕਲ ਕੇ ਆ ਰਹੀਆਂ ਨੇ। ਬੜੇ ਅਜੀਬ ਜਿਹੇ ਮਾਹੌਲ ਦੇ ਵਿੱਚ ਅਸੀਂ ਅੱਜ ਰਹਿ ਰਹੇ ਹਾਂ। ਬੜੀਆਂ ਪਰੇਸ਼ਾਨੀਆਂ ਤੇ ਦੁੱਖ ਨੇ ਲੋਕਾਂ ਦੇ ਕੋਲ, ਬਹੁਤ ਸਮੱਸਿਆਵਾਂ ਨਾਲ ਲੋਕ ਘਿਰੇ ਪਏ ਨੇ, ਪਰ ਉਹਨਾਂ ਨੂੰ ਅੱਜ ਦਿਲਾਸਾ ਦੇਣ ਵਾਲਾ ਕੋਈ ਨਹੀਂ। ਅੱਜ ਮੇਰੇ ਕੋਲ ਕੋਈ ਆਇਆ ਔਰ ਉਹਨਾਂ ਨੇ ਪ੍ਰਾਰਥਨਾ ਦੀ ਗੱਲ ਕੀਤੀ। ਕਹਿੰਦੇ ਕਿ ਅਸੀਂ ਇੱਕ ਫੇਮਸ ਚਰਚ ਦੇ ਵਿੱਚ ਫੋਨ ਕੀਤਾ ਪ੍ਰਾਰਥਨਾ ਲਈ, ਪਰ ਉੱਥੋਂ ਉਹਨਾਂ ਨੂੰ ਨਾ ਉਮੀਦੀ ਮਿਲੀ ਔਰ ਫੋਨ ਤੇ ਵੀ ਸ਼ਾਇਦ ਕੋਈ ਪ੍ਰਾਰਥਨਾ ਕਰਨ ਨੂੰ ਤਿਆਰ ਨਹੀਂ ਸੀ। ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਤੁਹਾਡਾ ਧਿਆਨ, ਅੱਜ ਤੁਹਾਡਾ ਜਿਹੜਾ ਫੋਕਸ ਹੈ ਉਹ ਕਿੱਥੇ ਹੋਣਾ ਚਾਹੀਦਾ। ਅਸੀਂ ਸਵਰਗ ਦੇ ਹਾਂ, ਅਸੀਂ ਸਵਰਗ ਦੀ ਫੌਜ ਹਾਂ, ਪਰਮੇਸ਼ਵਰ ਦੇ ਲੋਕ ਹਾਂ। ਪਰਮੇਸ਼ਵਰ ਨੇ ਸਾਨੂੰ ਆਪਣੀ ਮਹਿਮਾ ਲਈ ਖੜੇ ਕੀਤਾ ਹੈ। ਔਰ ਮੈਂ ਅੱਜ ਇੱਕ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਹੀ। ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਹੈ ਕਿ ਨਾ ਡਰ, ਜਿਹੜੇ ਸਾਡੇ ਨਾਲ ਨੇ ਉਹ ਬਾਲੇ ਹਨ ਉਹਨਾਂ ਨਾਲੋਂ ਜਿਹੜੇ ਸਾਡੇ ਵਿਰੋਧ ਵਿੱਚ ਹਨ। ਜਿਹੜੇ ਸਾਡੇ ਵਿਰੋਧ ਦੇ ਵਿੱਚ ਹਨ, ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ। ਇਸ ਜਗ੍ਹਾ ਤੇ ਅਸੀਂ ਦੇਖਿਆ ਕਿ ਸੀਰੀਆ ਦਾ ਰਾਜਾ ਅਲੀਸ਼ਾ ਦੇ ਖਿਲਾਫ ਖੜਾ ਹੈ, ਔਰ ਰਾਜੇ ਕਹਿੰਦੇ ਨੇ, ਅੱਜ ਸਾਡੇ ਬਹੁਤ ਸਾਰੇ ਪਾਸਟਰਸ, ਕਈ ਲੋਕ, ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕਿ ਸਰਕਾਰਾਂ ਰੱਬ ਵੱਲੋਂ ਹੁੰਦੀਆਂ ਨੇ। ਤੇ ਹੁਣ ਇਹ ਸੀਰੀਆ ਦਾ ਰਾਜਾ ਕਿਹੜੇ ਰੱਬ ਵੱਲੋਂ ਸੀਗਾ? ਜਿਹਨੇ ਰੱਬ ਦੇ ਸੇਵਕ ਨੂੰ ਘੇਰਨ ਦੇ ਲਈ ਇਹ ਉਪਰਾਲਾ ਕੀਤਾ। ਪਰ ਰੱਬ ਦੇ ਸੇਵਕ ਡਰੇ ਨਹੀਂ। ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਉਹ ਡਰਿਆ ਨਹੀਂ। ਅਲੀਸ਼ਾ, ਉਹਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਇਸ ਜਵਾਨ ਦੀਆਂ ਅੱਖਾਂ ਵੀ ਖੋਲ ਦੇ ਕਿ ਜੋ ਮੈਂ ਵੇਖਦਾ ਉਹ ਇਹ ਵੀ ਵੇਖ ਸਕੇ। ਔਰ ਪਰਮੇਸ਼ਰ ਦੀ ਬਾਣੀ ਦੱਸਦੀ ਹੈ ਕਿ ਜਦੋਂ ਉਸ ਲਈ ਪ੍ਰਾਰਥਨਾ ਕੀਤੀ ਗਈ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਉਹਨੇ ਕੀ ਵੇਖਿਆ ਕਿ
उस फौज नालों भी ज़्यादा तकड़ी फौज, परमेश्वर दी फौज, दूतां दी फौज, अग्निमय घोड़े ते रथां दे नाल उस नगर ਦੇ ਵਿੱਚ ਜਿਹੜੀ ਫੌਜ ਖੜੀ ਉਹਨਾਂ ਨੂੰ ਘੇਰ ਕੇ ਖੜੀ ਹੈ। खुदा ਦਾ ਕਲਾਮ ਸਾਨੂੰ ਦੱਸਦਾ ਹੈ ਕਿ ਉਸ ਤੋਂ ਬਾਅਦ ਅਲੀਸ਼ਾ ਨੇ ਕਿਸ ਤਰ੍ਹਾਂ ਪ੍ਰਾਰਥਨਾ ਕੀਤੀ, ਔਰ ਅਲੀਸ਼ਾ ਨੇ ਕਿਹਾ ਕਿਸ ਨੂੰ ਲੱਭਦੇ ਹੋ, ਤਾਂ ਉਹਨੇ ਪ੍ਰਾਰਥਨਾ ਕੀਤੀ, ਉਹਨਾਂ ਦੀਆਂ ਅੱਖਾਂ खुदा ने अन्नियां कीतियां। और बाणी दे विच लिखिया है कि उस तो बाद अलीशा खुद उन्हां दा हत्थ फड़ के उन्हां नूं लै के जांदा है और वो कहंदा है कि तुसीं मैदान दे विच चले जाके कहंदा तुसीं जिस नूं लभदे हो, किहनूं लभदे हो, देखो ध्यान दिओ। अलीशा खुद ਜਿਹਨੂੰ ਉਹ ਲੱਭ ਰਹੇ ਸੀ, ਅਲੀਸ਼ਾ ਖੁਦ ਉਹਨਾਂ ਦਾ ਹੱਥ ਫੜ ਕੇ ਲੈ ਕੇ ਜਾ ਰਿਹਾ। ਸੋ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ, ਡਰ ਅਲੀਸ਼ਾ ਦੇ ਅੰਦਰ ਨਹੀਂ ਸੀ। ਉਹ ਡਰਿਆ ਨਹੀਂ, ਉਹ ਡਰ ਕੇ ਭੱਜ ਨਹੀਂ ਗਿਆ, ਉਹ ਡਰ ਕੇ ਲੁਕ ਨਹੀਂ ਗਿਆ ਕਿ ਚਲੋ ਕੋਈ ਨਹੀਂ, ਹੁਣ ਸਮਾਂ ਬੜਾ ਮਾੜਾ ਚੱਲਦਾ, ਰਾਜਾ ਮੇਰੇ ਵਿਰੋਧ 'ਚ ਖੜਾ ਹੈ ਤੇ ਮੈਂ ਬਾਅਦ ਦੇ ਵਿੱਚ ਆ ਕੇ ਸੇਵਾ ਕਰ ਲਵਾਂਗਾ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਪਿਆਰੇ ਭੈਣੋ ਭਰਾਵੋ, ਮੈਂ ਉਹਨਾਂ ਪਾਸਟਰਾਂ, ਸੇਵਕਾਂ, ਸੰਤਾਂ ਨੂੰ ਵੀ ਕਹਿਣਾ ਚਾਹੁੰਦਾ, ਰੋਟੀ ਪਰਮੇਸ਼ਵਰ ਦੀ ਖਾਂਦੇ ਹੋ, ਪੈਸਾ ਪਰਮੇਸ਼ਵਰ ਦਾ ਦਿੱਤਾ ਅਸੀਂ ਯੂਜ਼ ਕਰਦੇ ਹਾਂ। ਖੁਦਾ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਤੇ ਸਾਡਾ ਮੂੰਹ ਵੀ ਪਰਮੇਸ਼ਵਰ ਲਈ ਹੀ ਖੁੱਲ੍ਹਣਾ ਚਾਹੀਦਾ ਹੈ, ਉਸ ਦੇ ਕੰਮਾਂ ਦੇ ਲਈ ਖੁੱਲ੍ਹਣਾ ਚਾਹੀਦਾ ਹੈ। ਜੇ ਉਹਦੇ ਲਈ ਮਰਨਾ ਵੀ ਪਵੇ ਤਾਂ ਉਹਦੇ ਲਈ ਇਹ ਜੀਵਨ ਨਿਸ਼ਾਵਰ ਕਰ ਦਿਓ। ਪਰਮੇਸ਼ਵਰ ਨੇ ਤੁਹਾਨੂੰ ਇਸ ਲਈ ਹੀ ਬੁਲਾਇਆ, ਸਾਨੂੰ ਇਸ ਲਈ ਖੜੇ ਕੀਤਾ ਕਿ ਅਸੀਂ ਖੁਦਾ ਦੇ ਕਲਾਮ ਦੀਆਂ ਗੱਲਾਂ ਨੂੰ, ਜਿਹੜਾ ਕੰਮ ਰੱਬ ਨੇ ਸਾਨੂੰ ਸੌਂਪਿਆ, ਉਹਨੂੰ ਕਦੇ ਵੀ ਬੰਦ ਨਾ ਕਰੀਏ। ਮੇਰੀ ਬੇਨਤੀ ਹੈ, ਬਾਣੀ ਦੇ ਵਿੱਚ ਅਸੀਂ ਇਸ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਪੜ੍ਹਦੇ ਹਾਂ, ਜਿਵੇਂ ਕਿ ਸਾਨੂੰ ਪਤਾ ਚੱਲਦਾ ਰੋਮ, ਜਦੋਂ ਅਸੀਂ ਰਸੂਲਾਂ ਦੇ ਕਿਤਾਬ ਦੇ ਵਿੱਚ ਪੜ੍ਹਦੇ ਹਾਂ, ਉੱਥੇ ਸਾਡੇ ਸਾਹਮਣੇ 4 ਦੀ 19 ਆਇਤ ਦੇ ਵਿੱਚ ਵੀ ਪਰਮੇਸ਼ਰ ਦਾ ਵਚਨ ਔਰ ਉਸ ਦੇ 5 ਦੀ 29 ਆਇਤ ਦੇ ਵਿੱਚ ਵੀ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜਦੋਂ ਰੋਮ ਦਾ ਰਾਜ ਸੀ ਇਜ਼ਰਾਈਲ ਦੇ ਉੱਤੇ, ਔਰ ਉਸ ਵਕਤ ਰੋਮ ਦੀ ਸਰਕਾਰ ਦੇ ਉੱਥੇ ਨੁਮਾਇੰਦਿਆਂ ਨੇ, ਉਹਨਾਂ ਨੇ ਖਾਸ ਤੌਰ ਤੇ ਪਰਮੇਸ਼ਰ ਦੇ ਪ੍ਰਚਾਰ ਤੇ ਵਚਨ ਦੇ ਉੱਤੇ ਪਾਬੰਦੀ ਲਗਾ ਦਿੱਤੀ। ਉਹਨਾਂ ਨੇ ਬੈਨ ਕਰ ਦਿੱਤਾ, ਰੱਬ ਦੇ ਸੇਵਕਾਂ ਨੂੰ ਪ੍ਰਚਾਰ ਕਰਨ ਤੋਂ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਤੁਸੀਂ ਪ੍ਰਭੂ ਯਿਸੂ ਦਾ ਨਾਮ ਲੈ ਕੇ ਕੁਝ ਨਹੀਂ ਬੋਲਣਾ। ਪਰ ਰਸੂਲ ਡਰੇ ਨਹੀਂ, ਪਰਮੇਸ਼ਰ ਦੇ ਸੇਵਕ ਘਬਰਾਏ ਨਹੀਂ। ਉਹਨਾਂ ਨੇ ਕਿਹਾ ਰਾਜਾ ਤੁਸੀਂ ਆਪ ਹੀ ਵਿਚਾਰ ਕਰ ਲਵੋ ਕਿ ਤੁਹਾਡੀ ਗੱਲ ਮੰਨਣੀ ਜ਼ਰੂਰੀ ਹੈ ਜਾਂ ਪਰਮੇਸ਼ਰ ਦੀ ਗੱਲ ਮੰਨਣੀ ਜ਼ਰੂਰੀ ਹੈ। ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਧਿਆਨ ਦਈਏ ਕਿ ਅਸੀਂ ਕਿਹਦੀ ਸੁਣਦੇ ਹਾਂ, ਕਿਹਦੀ ਮੰਨਦੇ ਹਾਂ, ਕਿਹਤੋਂ ਡਰਦੇ ਹਾਂ। ਕੀ ਪਰਮੇਸ਼ਵਰ ਦਾ ਡਰ ਇੰਨਾ ਹੈ? ਜੇ ਤੁਹਾਨੂੰ ਰਾਜਿਆਂ ਦਾ ਡਰ ਇੰਨਾ ਸਤਾਉਂਦਾ ਹੈ ਤੇ ਰਾਜੇ ਦੇ, ਜਿਹੜਾ ਰਾਜਿਆਂ ਦਾ ਰਾਜਾ, ਉਹਦਾ ਡਰ ਕਿੰਨਾ ਹੋਣਾ ਚਾਹੀਦਾ ਹੈ। ਬਾਣੀ 'ਚ ਲਿਖਿਆ ਕਿ ਉਸ ਤੋਂ ਨਾ ਡਰੋ ਜਿਹੜੇ ਦੇਹ ਨੂੰ ਮਾਰ ਸਕਦੇ ਆ ਪਰ ਤੁਹਾਡੇ ਆਤਮਾ ਨੂੰ ਨਹੀਂ ਮਾਰ ਸਕਦੇ। ਤਾਂ ਬਾਈਬਲ ਦੱਸਦੀ ਕਿ ਉਸ ਤੋਂ ਡਰੋ ਜਿਹੜਾ ਤੁਹਾਡੀ ਦੇਹ ਤੇ ਆਤਮਾ ਦੋਨਾਂ ਨੂੰ ਨਾਸ਼ ਕਰਨ ਦੀ ਸ਼ਕਤੀ ਰੱਖਦਾ ਹੈ। ਸੋ ਮੈਂ ਬੇਨਤੀ ਕਰਦਾ ਮੇਰੇ ਪਿਆਰੇ ਅਜ਼ੀਜ਼ੋ, ਮੈਂ ਕਿਸੇ ਦੇ ਅਗੇਂਸਟ ਨਹੀਂ ਹਾਂ, ਪਰ ਮੈਂ ਇਹ ਚਾਹੁੰਦਾ ਕਿ ਅਸੀਂ ਸਾਰੇ ਉਸ ਖੁਦਾ ਤੋਂ ਜਿਸ ਨੇ ਸਾਨੂੰ ਵਿਸ਼ਵਾਸਯੋਗ ਸਮਝ ਕੇ ਸੇਵਾ ਸੌਂਪੀ ਹੈ ਉਸ ਨੂੰ ਪੂਰਾ ਕਰੀਏ। ਆਪਣੇ ਜੀਵਨ ਦੇ ਲਈ, ਸੁੱਖ ਆਰਾਮ ਦੇ ਲਈ, ਆਪਣੇ ਆਰਾਮ ਦੀ ਜਗ੍ਹਾ ਤੋਂ ਨਿਕਲ ਕੇ ਪਰਮੇਸ਼ਵਰ ਲਈ ਦੁੱਖ ਉਠਾਉਣਾ ਪਸੰਦ ਕਰੋ। ਅੱਜ ਬਹੁਤ ਸਾਰੇ ਪਾਸਟਰ ਗਲਤ ਸਿੱਖਿਆਵਾਂ ਲੋਕਾਂ ਨੂੰ ਦੇ ਰਹੇ ਨੇ ਕਿ ਅਧੀਨ ਰਹਿਣਾ ਚਾਹੀਦਾ ਹੈ। ਜਦੋਂ 666 ਦੀਆਂ ਮੋਹਰਾਂ ਲੱਗਣਗੀਆਂ ਤੇ ਅਧੀਨ ਹੋ ਕੇ ਲਗਵਾ ਲੈਣੀਆਂ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਜ਼ਿੰਦਗੀ ਪਿਆਰੀ ਆ, ਉਹ ਆਪਣੀ ਜਾਨ ਗਵਾਉਣਾ ਨਹੀਂ ਚਾਹੁੰਦੇ। ਬਾਣੀ 'ਚ ਲਿਖਿਆ ਜਿਹੜਾ ਆਪਣੀ ਜਾਨ ਬਚਾਉਂਦਾ ਉਹਨੂੰ ਗਵਾਏਗਾ, ਔਰ ਜਿਹੜਾ ਉਸ ਲਈ ਆਪਣੀ ਜਾਨ ਗਵਾਊਗਾ ਪਰਮੇਸ਼ਵਰ ਦੇ ਲਈ, ਉਹਨੂੰ ਲੱਭ ਲਵੇਗਾ। ਮੇਰੇ ਅਜ਼ੀਜ਼ੋ, ਇੱਕ ਦਿਨ ਅਸੀਂ ਸਭ ਨੇ ਚਲੇ ਜਾਣਾ ਦੁਨੀਆ ਦੇ ਵਿੱਚੋਂ, ਪਰ ਜਿਹੜਾ ਕੰਮ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਉਹਨੂੰ ਪੂਰਾ ਕਰਨਾ ਸਾਡੀ ਮੁੱਖ ਜ਼ਿੰਮੇਵਾਰੀ ਹੈ, ਮੁੱਖ ਕਰਤੱਵ ਹੈ। ਕਦੋਂ ਲੋੜ ਹੁੰਦੀ ਹੈ ਚਾਨਣ ਦੀ? ਜਦੋਂ ਹਨੇਰਾ ਛਾਇਆ ਹੋਵੇ। ਅੱਜ ਦੁਨੀਆ ਵਿੱਚ ਹਨੇਰਾ ਛਾਇਆ ਹੋਇਆ ਤੇ ਜਿਨ੍ਹਾਂ ਕੋਲ ਚਾਨਣ ਆ ਉਹ ਲੁਕ ਕੇ ਬਹਿੰਦੇ ਨੇ। ਅੱਜ ਕਹਿੰਦੇ ਨੇ ਕਿ ਨਹੀਂ, ਅੱਜ ਨਹੀਂ, ਸਾਨੂੰ ਐਦਾਂ ਨਹੀਂ ਕਰਨੀ ਚਾਹੀਦੀ, ਸਾਨੂੰ ਉੱਦਾਂ ਨਹੀਂ ਕਰਨੀ ਚਾਹੀਦੀ। ਮੈਂ ਕਹਿੰਦਾ ਖੁਦਾ ਦੇ ਸੇਵਕੋ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਰੱਬ ਨੇ ਸਾਨੂੰ ਮੁਰਦਿਆਂ 'ਚੋਂ ਜਿਵਾਲਿਆ ਆ। ਅੱਜ ਅਗਰ ਅਸੀਂ ਮੁਰਦਿਆਂ 'ਚੋਂ ਜੀ ਉੱਠੇ ਹਾਂ, ਬਹੁਤ ਸਾਰੇ ਲੋਕ ਕਮੈਂਟਸ ਕਰ ਦਿੰਦੇ ਨੇ, ਤੇ ਜੇ ਉਹਨਾਂ ਆਇਤਾਂ ਨੂੰ ਪੜ੍ਹ ਕੇ ਦੇਖੋ ਤੇ ਰੱਬ ਨੂੰ ਜਿਉਂਦਿਆਂ ਦੀ ਤਾਂ ਲੋੜ ਹੈ, ਮੁਰਦਿਆਂ ਦੀ ਲੋੜ ਨਹੀਂ ਹੈ। ਪਰਮੇਸ਼ਵਰ ਨੂੰ ਜਾਗਦਿਆਂ ਦੀ ਲੋੜ ਹੈ, ਸੁੱਤਿਆਂ ਦੀ ਲੋੜ ਨਹੀਂ ਹੈ। ਪਰਮੇਸ਼ਵਰ ਅੱਜ ਵੀ ਉਹ ਜਿਹੇ ਲੋਕਾਂ ਨੂੰ ਲੱਭਦਾ ਹੈ ਜਿਹੜੇ ਬਾਰੇ ਬਾਈਬਲ ਬਿਆਨ ਕਰਦੀ ਹੈ ਕਿ ਪਰਮੇਸ਼ਵਰ ਇਹੋ ਜਿਹੇ ਸੱਚੇ ਸੇਵਕਾਂ ਨੂੰ, ਉਹ ਜਿਹੇ ਅੱਜ ਲੋਕਾਂ ਨੂੰ ਜਿਹੜੇ ਨਾਕੇ 'ਚ ਖੜੇ ਹੋ ਸਕਣ, ਇਹੋ ਜਿਹੇ ਲੋਕਾਂ ਨੂੰ ਅੱਜ ਵੀ ਢੂੰਡਦਾ ਹੈ। ਮੇਰੇ ਅਜ਼ੀਜ਼ੋ, ਡਰ ਦਾ ਆਤਮਾ ਆਪਣੇ ਜੀਵਨ 'ਚੋਂ ਕੱਢ ਦਿਓ। ਸਾਨੂੰ ਅੱਜ ਆਪਣੇ ਜੀਵਨ ਦੇ ਲਈ ਡਰ ਰੱਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਾਈਬਲ ਦੱਸਦੀ ਹੈ ਕਿ ਜਿਹੜਾ ਇਹ ਡਰ ਹੈ ਨਾ, ਇਹ ਡਰ ਪਾਪ ਹੈ।
ਔਰ ਇਹ ਪਾਪ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਕਿਉਂਕਿ ਇੱਥੇ ਲਿਖਿਆ ਨਾ ਡਰ, ਨਾ ਡਰ, ਬਾਰ-ਬਾਰ ਆਂਦਾ ਹੈ ਨਾ ਡਰ। ਅਲੀਸ਼ਾ ਨੇ ਵੀ ਕਿਹਾ ਆਪਣੇ ਉਸ ਸੇਵਕ ਨੂੰ ਕਿ ਨਾ ਡਰ, ਨਾ ਡਰ। ਕਦੋਂ ਕਿਹਾ ਨਾ ਡਰ? ਜਦੋਂ ਰਾਜਾ ਵਿਰੋਧ 'ਚ ਖੜਾ ਹੈ, ਜਦੋਂ ਫੌਜ ਘੇਰਾ ਪਾ ਕੇ ਖੜੀ ਹੈ, ਉਸ ਵਕਤ ਉਹ ਕਹਿ ਰਿਹਾ ਕਿ ਨਾ ਡਰ। ਮੇਰੇ ਅਜ਼ੀਜ਼ੋ, ਕਈ ਵਾਰ ਅਸੀਂ ਚੰਗੀਆਂ ਪਰਿਸਥਿਤੀਆਂ ਵਿੱਚ ਲੋਕਾਂ ਨੂੰ ਦਿਲਾਸੇ ਦੇ ਦਿੰਦੇ ਹਾਂ, ਬੜੇ ਆਰਾਮ ਦੇ ਨਾਲ, ਖੁਸ਼ੀ ਨਾਲ। ਅਸੀਂ ਜਦੋਂ ਹਾਲਾਤ ਸਾਰੇ ਠੀਕ ਹੁੰਦੇ ਨੇ, ਉਸ ਵਕਤ ਤਸੱਲੀ ਦੇਣੀ ਬੜੀ ਸੌਖੀ ਹੁੰਦੀ ਹੈ। ਪਰ ਅੱਜ ਦੁਨੀਆ ਦੇ ਹਾਲਾਤ ਵਿਗੜੇ ਪਏ ਨੇ। ਅੱਜ ਇੱਕੋ ਹੀ ਚੀਜ਼ ਦੀ ਲੋਕਾਂ ਨੂੰ ਲੋੜ ਹੈ, ਉਹ ਹੈ ਪਰਮੇਸ਼ਵਰ ਦੇ ਸੱਚੇ ਸੇਵਕ, ਜਿਹੜੇ ਉਹਨਾਂ ਲਈ ਪ੍ਰਾਰਥਨਾ ਕਰ ਸਕਣ, ਜਿਹੜੇ ਉਹਨਾਂ ਨੂੰ ਰਾਹ ਵਿਖਾ ਸਕਣ, ਜਿਹੜੇ ਉਹਨਾਂ ਨੂੰ ਉਸ ਚਿੱਕੜ ਵਿੱਚੋਂ ਬਾਹਰ ਕੱਢ ਸਕਣ, ਜਿਹੜੇ ਪਰਮੇਸ਼ਰ ਦੇ ਵਚਨ ਦੀ ਅੱਜ ਮੁਨਾਦੀ ਕਰ ਸਕਣ, ਜੋ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੈ। ਜੇ ਹੋ ਸਕੇ ਆਉਣ ਵਾਲੇ ਸਮੇਂ 'ਚ ਅਸੀਂ ਜ਼ਰੂਰ ਇਸ ਗੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਨੇ ਉਹ ਪ੍ਰਕਾਸ਼ ਦੀ ਪੋਥੀ ਵਿੱਚ ਸਪਸ਼ਟ ਰੂਪ ਵਿੱਚ ਲਿਖੀਆਂ ਹੋਈਆਂ ਨੇ। ਔਰ ਕਿਹਾ ਗਿਆ ਹੈ ਕਿ ਜਿਹਦੇ ਤੇ ਮੋਹਰਾਂ ਨਹੀਂ ਲੱਗਣਗੀਆਂ ਨਾ 666 ਦੀਆਂ, ਉਹਨਾਂ ਨੂੰ ਬਾਜ਼ਾਰ ਨਹੀਂ ਜਾਣ ਦਿੱਤਾ ਜਾਏਗਾ, ਉਹਨਾਂ ਨੂੰ ਮਾਲ 'ਚ ਨਹੀਂ ਜਾਣ ਦਿੱਤਾ ਜਾਏਗਾ, ਉਹ ਵਣਜ ਵਪਾਰ ਨਹੀਂ ਕਰ ਸਕਣਗੇ, ਉਹ ਖਰੀਦਦਾਰੀ ਨਹੀਂ ਕਰ ਸਕਣਗੇ, ਉਹ ਦੂਰ ਦਰਾਡੇ ਦੇਸ਼ਾਂ 'ਚ ਨਹੀਂ ਜਾ ਸਕਣਗੇ। ਔਰ ਅੱਜ ਇਸ ਵਕਤ ਜੋ ਚੱਲ ਰਿਹਾ ਹੈ ਉਹ ਬਿਲਕੁਲ ਉਹੀ ਹੋ ਰਿਹਾ ਹੈ। ਅੱਜ ਸੇਮ ਟੂ ਸੇਮ ਸਿਚੁਏਸ਼ਨ ਹੈ। ਅੱਜ ਵੀ ਇਹ ਬਿਲਕੁਲ ਸ਼ਰੇਆਮ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਇਹ ਨਹੀਂ ਲਗਵਾ ਰਹੇ ਹੋ ਇੰਜੈਕਸ਼ਨ, ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ, ਤੁਹਾਡੀ ਪੈਨਸ਼ਨ ਨਹੀਂ ਮਿਲੇਗੀ, ਤੁਹਾਨੂੰ ਉਹ ਨਹੀਂ ਮਿਲੇਗਾ, ਤੁਹਾਡੀ ਤਨਖਾਹ ਨਹੀਂ ਮਿਲੇਗੀ, ਤੁਹਾਨੂੰ ਕੰਮ ਤੇ ਨਹੀਂ ਰੱਖਿਆ ਜਾਏਗਾ। ਇਹ ਸਭ ਚੀਜ਼ਾਂ ਕਿਉਂ ਨੇ? ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਅੱਜ ਅਸੀਂ ਕਿਸ ਬਾਈਬਲ ਨੂੰ ਪੜ੍ਹਦੇ ਹਾਂ। ਜੇ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ। ਪਰ ਬਾਈਬਲ ਸਾਨੂੰ ਇੱਥੇ ਇੱਕ ਗੱਲ ਸਿਖਾਉਂਦੀ ਹੈ, ਉਹ ਇਹ ਕਿ ਮੈਂ ਤੁਹਾਨੂੰ ਅੱਜ ਤਸੱਲੀ ਦੇ ਸ਼ਬਦ ਦੱਸਣਾ ਚਾਹੁੰਦਾ। ਜਿਵੇਂ ਅਲੀਸ਼ਾ ਨੇ ਉਸ ਪਰਿਸਥਿਤੀ ਦੇ ਵਿੱਚ ਵੀ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਯੋਗ ਬਣਾਈ ਰੱਖਿਆ। ਉਹਦਾ ਚਾਕਰ ਇੱਕਦਮ ਸ਼ੌਕਡ ਹੋ ਗਿਆ, ਬਹੁਤ ਡਰ ਗਿਆ, ਘਬਰਾ ਗਿਆ, ਪਰ ਅਲੀਸ਼ਾ ਨੂੰ ਕਹਿੰਦਾ ਨਾ ਡਰ। ਮੇਰੇ ਅਜ਼ੀਜ਼ੋ, ਪਰਮੇਸ਼ਰ ਦਾ ਵਚਨ ਜ਼ਬੂਰਾਂ ਦੀ ਕਿਤਾਬ ਦੇ ਵਿੱਚ 125 ਦੇ 2 ਆਇਤ ਵਿੱਚ ਕਹਿੰਦਾ ਹੈ, ਜਿਵੇਂ ਪਹਾੜ ਯਰੂਸ਼ਲਮ ਦੇ ਆਲੇ ਦੁਆਲੇ ਹਨ, ਤਿਵੇਂ ਪਰਮੇਸ਼ਰ ਆਪਣੀ ਪ੍ਰਜਾ ਦੇ ਆਲੇ ਦੁਆਲੇ ਹੈ, ਹੁਣ ਤੋਂ ਸਦੀਵ ਕਾਲ ਤੀਕਰ। ਅਸੀਂ ਇਸ ਵਚਨ ਤੇ ਵਿਸ਼ਵਾਸ ਕਰੀਏ। ਬਾਈਬਲ ਕਹਿੰਦੀ ਹੈ ਕਿ ਜਿਵੇਂ ਪਰਮੇਸ਼ਵਰ ਦਾ ਵਚਨ ਕਹਿੰਦਾ ਯਰੂਸ਼ਲਮ ਦੇ ਇਰਦ ਗਿਰਦ ਪਹਾੜ ਨੇ, ਤਿਵੇਂ ਪਰਮੇਸ਼ਵਰ ਦੀ ਦਇਆ, ਪਰਮੇਸ਼ਵਰ ਦੀ ਕਿਰਪਾ ਉਹਦੀ ਪ੍ਰਜਾ ਦੇ ਉੱਤੇ ਹੈ। ਪਰਮੇਸ਼ਰ ਯਹੋਵਾ ਖੁਦ ਆਪਣੀ ਪ੍ਰਜਾ ਦੇ ਆਲੇ ਦੁਆਲੇ ਹੈ। ਕਦੋਂ ਤੋਂ ਕਦੋਂ ਤੱਕ? ਕਦੋਂ ਤੋਂ ਕਦੋਂ ਤੱਕ? ਹੁਣ ਤੋਂ ਸਦੀਵ ਕਾਲ ਤੀਕ। ਹਾਲੇਲੂਇਆ। ਕਿ ਅਸੀਂ ਇਹਨਾਂ ਵਚਨਾਂ ਤੇ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਆਪਣੇ ਲੋਕਾਂ ਦੇ ਆਲੇ ਦੁਆਲੇ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ। ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ ਕਿ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ, ਪਰਮੇਸ਼ਵਰ ਸਾਡੇ ਇਰਦ ਗਿਰਦ ਹਮੇਸ਼ਾ ਰਹਿੰਦੇ ਹਨ। ਪਰਮੇਸ਼ਵਰ ਨੇ ਸਾਨੂੰ ਆਲੇ ਦੁਆਲਿਓਂ ਘੇਰਿਆ ਹੋਇਆ ਹੈ। ਔਰ ਇਸ ਲਈ ਮੈਂ ਪਰਮੇਸ਼ਵਰ ਪਿਤਾ ਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਸਮੇਂ ਆਪਣੇ ਹੌਸਲੇ ਨੂੰ ਬੁਲੰਦ ਕਰੋ, ਪਰਮੇਸ਼ਵਰ ਦੇ ਵਿੱਚ ਕਾਇਮ ਹੋ ਜਾਓ, ਆਪਣੀਆਂ ਮਿਸਾਲਾਂ ਜਗਦੀਆਂ ਤੇ ਆਪਣੀਆਂ ਕੁੱਪੀਆਂ ਵਿੱਚ ਤੇਲ ਭਰੇ ਰੱਖੋ, ਕਿਉਂਕਿ ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ ਕਿ ਉਹ ਸਾਡੇ ਨਾਲ ਹੈ। ਔਰ ਇਸ ਲਈ ਯਸ਼ਾਇਆ, ਜਦੋਂ ਅਸੀਂ ਉਸ ਦਾ 59 ਤੇ ਉਹਦੀ 19 ਆਇਤ ਨੂੰ ਪੜ੍ਹਦੇ ਹਾਂ ਤਾਂ ਲਿਖਿਆ ਹੈ, ਤਾਂ ਉਹ ਯਹੋਵਾ ਦੇ ਨਾਮ ਤੋਂ ਲੈਂਦੇ ਹੋ ਅਤੇ ਉਹਦੇ ਪ੍ਰਤਾਪ ਤੋਂ ਸੂਰਜ ਦੇ ਚੜ੍ਹਦਿਓਂ ਡਰਨਗੇ, ਕਿਉਂ ਜੋ ਹੜ੍ਹ ਵਾਲੀ ਨਦੀ ਵਾਂਗੂ ਆਵੇਗਾ, ਜਿਹਨੂੰ ਯਹੋਵਾ ਦਾ ਸਾਹ ਰੋੜਦਾ ਹੈ। ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ ਕਿ ਖੁਦਾ ਆਪਣੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਹੈ ਔਰ ਪਰਮੇਸ਼ਰ ਆਪਣੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਰਹੇਗਾ ਔਰ ਉਹ ਉਹਦੇ ਦੁਸ਼ਮਣਾਂ ਦੇ ਨਾਲ ਕਿਵੇਂ ਲੜੇਗਾ। ਬਹੁਤ ਸਾਰੀਆਂ ਗੱਲਾਂ ਨੇ। ਯੁੱਧ ਪਰਮੇਸ਼ਵਰ ਦਾ ਹੈ, ਸਾਡਾ ਨਹੀਂ ਹੈ। ਯੁੱਧ ਪਰਮੇਸ਼ਵਰ ਦਾ ਹੈ, ਲੜਾਈ ਪਰਮੇਸ਼ਵਰ ਦੀ ਹੈ। ਅਸੀਂ ਪਰਮੇਸ਼ਵਰ ਦੇ ਨਾਲ ਖੜੇ ਹੋਣਾ ਹੈ, ਕਿਉਂਕਿ ਸ਼ੈਤਾਨ ਅੱਜ ਬੜੀ ਤੇਜ਼ੀ ਦੇ ਨਾਲ ਲੋਕਾਂ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੇਰੇ ਅਜ਼ੀਜ਼ੋ, ਜਾਗ ਜਾਓ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਆਪਣਾ ਧਿਆਨ ਪਰਮੇਸ਼ਰ ਵੱਲ ਲਗਾਈਏ। ਇੱਕੋ ਹੀ ਹੈ ਜਿਹੜਾ ਤੁਹਾਡੀ ਸਹਾਇਤਾ ਕਰ ਸਕਦਾ ਹੈ, ਇੱਕੋ ਹੀ ਹੈ ਜਿਹੜਾ ਸਦਾ ਤੁਹਾਡੇ ਨਾਲ ਰਹਿ ਸਕਦਾ ਹੈ। ਸਿਰਫ ਇੱਕੋ ਹੀ ਹੈ ਜਿਸ ਤੇ ਤੁਸੀਂ ਭਰੋਸਾ ਕਰ ਸਕਦੇ ਹੋ, ਉਹ ਪਰਮ ਪਿਤਾ ਪਰਮੇਸ਼ਰ ਹੈ। ਕੋਈ ਹੋਰ ਨਹੀਂ ਹੈ, ਕੋਈ ਦੂਜਾ ਮਨੁੱਖ ਨਹੀਂ ਹੈ। ਮਨੁੱਖ ਸਾਰੇ ਸਾਥ ਛੱਡ ਜਾਂਦੇ ਨੇ। ਅੱਜ ਅਸੀਂ ਜਿਨ੍ਹਾਂ ਮਨੁੱਖਾਂ ਨੂੰ ਬਹੁਤ ਹੀ ਵਫਾਦਾਰ ਸਮਝਦੇ ਹਾਂ, ਉਹ ਲੋਕ ਮਤਲਬ ਪ੍ਰਸਤ ਨਿਕਲਦੇ ਨੇ। ਧਿਆਨ ਦਿਓ ਮੇਰੇ ਅਜ਼ੀਜ਼ੋ,
परमेश्वर ते भरोसा रखो। अलीशा कल्ला खड़ा है लेकिन ओदा ध्यान परमेश्वर ते है, ओदा ध्यान परमेश्वर दी फौज दे उत्ते है। जदों असीं परमेश्वर दे वचन दे विच यशाया नबी दी किताब दे 43 ते ओदे 1 ते 2 वचन नूं पढ़दे हां तां उत्थे लिखिया, ए याकूब ओ जो तेरा करतार है, हे इज़राइल ओ जो तेरा सिरजनहार है, यहोवा हुण इउं आखदा है, ना डर, मैं तेरा निस्तारा जो कीता है, मैंने तेरा निस्तारा जो दिता है, मैं तेरा नाम लेके तैनूं बुलाया है, तू मेरा है। और अगे 2 आयत च लिखिया है, जद तू पानियां विच दी लंघेगा मैं तेरी अंग संग होवांगा, जद नदियां दे विचों दी तां तैनूं ना डोबणगियां, जद तू अग दे विचों दी चलेगा तां तैनूं ना साड़ेगी ते ना लाट तेरे उत्ते बलेगी। हालेलुया, परमेश्वर दे पवित्र नाम नूं महिमा मिले, क्योंकि इस जगह ते जदों असीं पढ़दे हां परमेश्वर वायदा करदा है हर एक परिस्थिति दे विच तुहाडे नाल रहण दा। कई वार हड़ वर्गियां मुसीबतां, कई वार अग वर्गियां मुसीबतां आउंदियां ने। जदों असीं पिछले समय ते ध्यान दिंदे ते कुछ लोकां ने आखिया कि पास्टर जी तुसीं अग दे विचों दी लंघ गए हो, तुसीं अग दे विचों लंघ के तुसीं साफ ते बच निकले। मैं एक चीज़ तुहानूं दसना चाहुंदा, अग वर्गियां मुसीबतां आ जाणगियां, हड़ वर्गियां मुसीबतां आ जाणगियां, पर जिन्हां दे नाल परमेश्वर खड़ा है, जिन्हां दी बांह परमेश्वर ने फड़ी है, ਉਹ ਕਦੀ ਵੀ ਅੱਗ ਦੇ ਵਿੱਚ ਜਾਂ ਪਾਣੀ 'ਚ ਨਾਸ਼ ਨਹੀਂ ਹੋ ਜਾਣਗੇ। ਉਹ ਉਸ ਅੱਗ ਵਰਗੀ ਮੁਸੀਬਤ ਜਾਂ ਅੱਗ ਵਰਗੀ ਜਾਂ ਪਾਣੀ ਵਰਗੀ ਮੁਸੀਬਤ ਦੇ ਵਿੱਚ ਨਾਸ਼ ਨਹੀਂ ਹੋ ਜਾਣਗੇ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਹੈ, ਔਰ ਇਸ ਲਈ ਬਾਈਬਲ ਦੱਸਦੀ ਕਿ ਪਰਮੇਸ਼ਵਰ ਨੇ ਆਖਿਆ ਕਿ ਮੇਰਾ ਹੱਥ ਛੋਟਾ ਨਹੀਂ ਹੈ ਜੋ ਤੁਹਾਡੀ ਸਹਾਇਤਾ ਜਾਂ ਤੁਹਾਡੀ ਮਦਦ ਨਾ ਕਰ ਸਕੇ। ਮੇਰੇ ਪਿਆਰੇ ਭੈਣੋ ਭਰਾਵੋ, ਇਸ ਜਗ੍ਹਾ ਤੇ ਲਿਖਿਆ, ਉਹ ਜੋ ਤੇਰਾ ਕਰਤਾਰ ਹੈ, ਉਹ ਜੋ ਤੇਰਾ ਸਿਰਜਣਹਾਰ ਹੈ, ਉਹ ਆਖਦਾ ਹੈ ਕਿ ਨਾ ਡਰ। ਤਾਂ ਤੁਸੀਂ ਇਸ ਗੱਲ ਤੇ ਧਿਆਨ ਦਿਓ ਕਿ ਸਾਡਾ ਸਿਰਜਣਹਾਰ, ਸਾਡਾ ਤਾਰਨਹਾਰ, ਸਾਡਾ ਪਾਲਣਹਾਰ, ਸਾਡਾ ਬਖਸ਼ਣਹਾਰ, ਸਾਡਾ ਕਰਤਾਰ ਕੌਣ ਹੈ? ਜੇ ਅਸੀਂ ਉਸ ਵੱਲ ਧਿਆਨ ਲਗਾਇਆ ਹੈ, ਜੇ ਅਸੀਂ ਉਸ ਤੇ ਭਰੋਸਾ ਰੱਖਿਆ ਹੈ, ਤਾਂ ਯਾਦ ਰੱਖਿਓ ਉਹ ਕਹਿੰਦਾ ਹੈ ਨਾ ਡਰ, ਨਾ ਡਰ, ਨਾ ਡਰ। ਮੈਂ ਇੱਕ ਵਾਰੀ ਫਿਰ ਕਹਿਣਾ ਚਾਹੁੰਦਾ, ਜਿੰਨੇ ਤੁਸੀਂ ਮੈਨੂੰ ਵੇਖ ਰਹੇ ਹੋ, ਤੁਹਾਡੇ ਜੀਵਨ ਦੇ ਵਿੱਚ ਅਗਰ ਕਿਸੇ ਗੱਲ ਦਾ ਡਰ ਸਮਾ ਗਿਆ ਹੈ ਤਾਂ ਅੱਜ ਉਸ ਡਰ ਨੂੰ ਕੱਢ ਦਿਓ, ਕਿਉਂਕਿ ਡਰ ਪਰਮੇਸ਼ਰ ਦੇ ਵੱਲੋਂ ਨਹੀਂ ਹੈ। ਸੰਪੂਰਨ ਪ੍ਰੇਮ ਧੜਕੇ ਨੂੰ ਖਤਮ ਕਰ ਦਿੰਦਾ ਹੈ। ਅਗਰ ਤੁਹਾਡੇ ਜੀਵਨ 'ਚ ਕੋਈ ਪਾਪ ਹੈ ਤਾਂ ਤੁਸੀਂ ਡਰ ਸਕਦੇ ਹੋ। ਤੁਹਾਨੂੰ ਡਰ ਰੱਖਣਾ ਚਾਹੀਦਾ ਕਿ ਮੇਰੀ ਜ਼ਿੰਦਗੀ 'ਚ ਕੋਈ ਪਾਪ ਨਾ ਜਾਏ, ਮੈਂ ਪਰਮੇਸ਼ਰ ਤੋਂ ਦੂਰ ਨਾ ਹੋ ਜਾ, ਮੇਰੇ ਜੀਵਨ ਦੇ ਵਿੱਚ ਕੋਈ ਇੱਦਾਂ ਦੀ ਗਲਤੀ ਗੁਨਾਹ ਨਾ ਹੋ ਜਾਏ ਜਿਹਦੇ ਨਾਲ ਮੈਨੂੰ ਪਰਮੇਸ਼ਰ ਦੇ ਸਾਹਮਣੇ ਸ਼ਰਮਿੰਦੇ ਹੋਣਾ ਪਵੇ। ਸੋ ਇਸ ਲਈ ਮੇਰੇ ਅਜ਼ੀਜ਼ੋ, ਪਰਮੇਸ਼ਰ ਦਾ ਵਚਨ ਸਾਨੂੰ ਸਫਾਈ ਨਾਲ ਦੱਸਦਾ ਹੈ ਕਿ ਅਗਰ ਅਸੀਂ ਪਰਮੇਸ਼ਵਰ ਦੇ ਹਾਂ ਤਾਂ ਸਾਨੂੰ ਕੇਵਲ ਪਰਮੇਸ਼ਵਰ ਦਾ ਡਰ ਰੱਖਣਾ ਚਾਹੀਦਾ ਹੈ, ਹੋਰ ਕਿਸੇ ਚੀਜ਼ ਦਾ ਡਰ ਨਹੀਂ ਰੱਖਣਾ ਚਾਹੀਦਾ, ਕਿਉਂਕਿ ਉਹ ਜਿਹੜਾ ਪਾਲਣਹਾਰ, ਉਹ ਜਿਹੜਾ ਸਿਰਜਣਹਾਰ ਹੈ, ਉਸਨੇ ਕਿਹਾ ਨਾ ਡਰ। ਦੇਖੋ ਅੱਜ ਵੀ ਇਜ਼ਰਾਈਲ ਜਿਹੜਾ, ਮੈਂ ਇਜ਼ਰਾਈਲ ਦੀ ਗੱਲ ਫਿਰ ਤੋਂ ਦੁਹਰਾਉਣਾ ਚਾਹਾਂਗਾ ਕਿ ਇਜ਼ਰਾਈਲ ਅੱਜ ਆਪਣੇ ਦੁਸ਼ਮਣਾਂ ਦੇ ਵਿੱਚ ਹੈ, ਪਰ ਇਜ਼ਰਾਈਲ ਦੇ ਨਾਲ ਅੱਜ ਵੀ ਪਰਮੇਸ਼ਵਰ ਖੜਾ ਹੈ। ਪਰਮੇਸ਼ਵਰ ਅੱਜ ਵੀ ਇਜ਼ਰਾਈਲ ਦੀ ਹਿਫਾਜ਼ਤ ਕਰਦਾ ਹੈ। ਪਰਮੇਸ਼ਵਰ ਨੇ ਅੱਜ ਵੀ ਇਜ਼ਰਾਈਲ ਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਇਹਨੂੰ ਅਸੀਂ ਡਿਵਾਈਨ ਪ੍ਰੋਟੈਕਸ਼ਨ ਕਹਿ ਸਕਦੇ ਹਾਂ, ਜਿਵੇਂ ਕਿ ਅਲੀਸ਼ਾ ਦੇ ਉੱਤੇ ਇੱਕ ਡਿਵਾਈਨ ਪ੍ਰੋਟੈਕਸ਼ਨ ਸੀ। ਬਾਈਬਲ ਸਾਨੂੰ ਦੱਸਦੀ ਹੈ, ਇਸ ਲਈ ਉਹ ਕਹਿੰਦਾ ਹੈ ਨਾ ਡਰ, ਆਪਣੇ ਚਾਕਰ ਨੂੰ ਆਖਦਾ ਹੈ ਨਾ ਡਰ, ਸਾਡੇ ਨਾਲ ਜੋ ਹੈ ਉਹ ਬਹੁਤ ਵੱਡਾ ਹੈ। ਇਸ ਲਈ ਜਦੋਂ ਅਸੀਂ ਪਹਿਲਾ ਯੂਹੰਨਾ 4 ਔਰ ਉਸਦੇ 4 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਵੀ ਲਿਖਿਆ ਹੋਇਆ ਹੈ, ਔਰ ਉਹ ਬਹੁਤ ਸਪਸ਼ਟ ਲਿਖਿਆ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਉਹ ਉਹਦੇ ਨਾਲੋਂ ਵੱਡਾ ਹੈ ਜੋ ਸੰਸਾਰ ਦੇ ਵਿੱਚ ਹੈ। ਤਾਂ ਇਸ ਲਈ ਯਾਦ ਰੱਖੋ ਕਿ ਜਿਹੜਾ ਪਰਮੇਸ਼ਵਰ ਨੇ ਆਪਣਾ ਆਤਮਾ ਤੁਹਾਡੇ ਜੀਵਨ 'ਚ, ਸਾਡੇ ਜੀਵਨ 'ਚ ਭਰਿਆ ਹੈ, ਉਹ ਉਸ ਨਾਲੋਂ ਬਹੁਤ ਵੱਡਾ ਹੈ ਜੋ ਸੰਸਾਰ ਦੇ ਵਿੱਚ ਹੈ। ਸੰਸਾਰ 'ਚ ਦੁਸ਼ਟ ਹੈ, ਸ਼ੈਤਾਨ ਹੈ, ਪਰ ਬਾਈਬਲ 'ਚ ਲਿਖਿਆ ਹੈ ਬੱਚਿਓ ਤੁਸੀਂ ਪਰਮੇਸ਼ਵਰ ਤੋਂ ਹੋ ਔਰ ਤੁਸੀਂ ਫਤਿਹ ਪਾਈ ਹੈ, ਕਿਉਂ ਜੋ ਤੁਹਾਡੇ ਨਾਲ ਹੈ ਉਹ ਬਹੁਤ ਵੱਡਾ ਹੈ, ਜੋ ਤੁਹਾਡੇ ਵਿੱਚ ਉਹ ਬਹੁਤ ਵੱਡਾ ਹੈ ਉਸ ਨਾਲੋਂ ਜੋ ਸੰਸਾਰ ਵਿੱਚ ਹੈ। ਸੋ ਮੈਂ ਦੱਸਣਾ ਚਾਹੁੰਦਾ, ਪਰਮੇਸ਼ਵਰ ਦੀ ਬਾਣੀ ਸਾਨੂੰ ਸਪਸ਼ਟ ਨਾਲ ਦੱਸਦੀ ਹੈ ਕਿ ਆਪਣੇ ਜੀਵਨ ਦੇ ਵਿੱਚੋਂ ਸਾਨੂੰ ਹਰ ਡਰ ਨੂੰ, ਹਰ ਸਮੱਸਿਆ ਨੂੰ ਦੂਰ ਕੱਢਣ ਦੀ ਲੋੜ ਹੈ। ਇਸ ਵਕਤ ਪ੍ਰਾਰਥਨਾ ਦੀ ਲੋੜ ਹੈ। ਇਸ ਵਕਤ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਪਰਮੇਸ਼ਵਰ ਦੇ ਕਲਾਮ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਅੱਜ ਉਹ ਵੇਲਾ ਨਹੀਂ ਹੈ। ਬਹੁਤ ਸਾਰੇ ਲੋਕ ਅੱਜ ਪ੍ਰਚਾਰ ਕਰ ਰਹੇ ਨੇ, ਮੇਰੀ ਗੱਲ ਧਿਆਨ ਨਾਲ ਸੁਣਿਓ ਸਾਰੇ, ਬਹੁਤ ਸਾਰੇ ਲੋਕ ਅੱਜ ਪ੍ਰਚਾਰ ਤਾਂ ਨਹੀਂ ਕਰ ਰਹੇ, ਲੇਕਿਨ ਕੀ ਕਰ ਰਹੇ ਨੇ, ਲੋਕਾਂ ਨੂੰ ਸੁੱਟਣ ਦਾ ਕੰਮ ਕਰ ਰਹੇ ਨੇ।
ਉਹ ਡਰਾਮਾ ਘੜ ਕੇ ਬੈਠੇ ਨੇ, ਕੁਰਸੀ ਦੇ ਉੱਤੇ ਮੈਂ ਬੈਠਾ ਤੇ ਕੋਈ ਹੋਰ ਬੈਠ ਨਹੀਂ ਸਕਦਾ, ਭੁੜਕ ਕੇ ਡਿੱਗਦੇ ਨੇ। ਉਹਦੇ ਨਾਲ ਕੋਈ ਰੱਬ ਦਾ ਕੰਮ ਨਹੀਂ ਜੇ ਹੋਣ ਵਾਲਾ। ਉਹ ਸਿਰਫ ਲੋਕ ਆਪਣੀ ਕੀ ਕਰ ਰਹੇ ਨੇ, ਪਬਲਿਕਸਿਟੀ ਕਰਨਾ ਚਾਹੁੰਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਖੁਦਾ ਦੇ ਕਲਾਮ ਤੇ ਖੜੇ ਹੋ ਜਾਓ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲੋ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲੋ। ਤੁਸੀਂ ਆਪਣੀਆਂ ਅੱਖਾਂ ਗਾੜ ਕੇ ਚੱਲੋ, ਕਿਉਂਕਿ ਸੰਸਾਰ ਦਾ ਆਖਰੀ ਸਮਾਂ ਨੇੜੇ ਆ ਰਿਹਾ। ਮੇਰੇ ਅਜ਼ੀਜ਼ੋ, ਇਸ ਲਈ ਹੁਣ ਆਪਣੇ ਵਿਸ਼ਵਾਸ ਦੀ ਰਾਖੀ ਕਰੋ ਅਤੇ ਉਸ ਫਤਿਹਮੰਦ ਸੱਚੇ ਜੀਵਨ ਤੇ ਉਸ ਵਫਾਦਾਰ ਪਰਮੇਸ਼ਰ ਵੱਲ ਤੱਕੋ, ਜਿਹੜਾ ਵਿਸ਼ਵਾਸ ਦੇ ਯੋਗ ਹੈ ਤੇ ਜਿਹੜਾ ਵਫਾਦਾਰ ਹੈ। ਔਰ ਲਾਸਟ ਵਨ ਮੈਂ ਇੱਕ ਆਇਤ ਹੋਰ ਤੁਹਾਨੂੰ ਪੜਾਂਗਾ, ਜ਼ਬੂਰਾਂ ਦੇ ਵਿੱਚ ਜਦੋਂ ਅਸੀਂ ਉਸਦੇ 34 ਦੀ 7 ਆਇਤ ਨੂੰ ਪੜ੍ਹਦੇ ਹਾਂ ਤਾਂ ਲਿਖਿਆ ਹੈ, ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਆਲੇ ਦੁਆਲੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ। ਬੜੇ ਧਿਆਨ ਨਾਲ ਸੁਣਨਾ ਇਸ ਗੱਲ ਨੂੰ। ਪਰਮੇਸ਼ਰ ਦਾ ਵਚਨ ਕਹਿੰਦਾ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਆਲੇ ਦੁਆਲੇ ਡੇਰਾ ਲਾਉਂਦਾ ਹੈ। ਕਿਸ ਦੇ ਦੁਆਲੇ? ਆਲੇ ਦੁਆਲੇ ਡੇਰਾ ਲਾਉਂਦਾ ਹੈ ਜਿਹੜੇ ਪਰਮੇਸ਼ਰ ਤੋਂ ਡਰਦੇ ਨੇ, ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਨੇ। ਦੂਤ ਕਿਸ ਦੀ ਸਹਾਇਤਾ ਕਰਦਾ ਹੈ? ਕਿਸ ਨੂੰ ਛੁਟਕਾਰਾ ਦਿੰਦਾ ਹੈ? ਜਿਹੜੇ ਪਰਮੇਸ਼ਵਰ ਦਾ ਆਸਰਾ ਰੱਖਦੇ ਨੇ, ਜਿਹੜੇ ਪਰਮੇਸ਼ਵਰ ਤੇ ਭਰੋਸਾ ਰੱਖਦੇ ਨੇ ਔਰ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਹੀ ਆਸਰਾ ਹੈ। ਅੱਜ ਬਹੁਤ ਸਾਰੇ ਲੋਕ ਇਸ ਵਚਨ ਨੂੰ ਨਹੀਂ ਸਮਝ ਪਾ ਰਹੇ। ਦੇਖੀਏ, ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਆਲੇ ਦੁਆਲੇ ਡੇਰਾ ਲਾਉਂਦਾ ਹੈ। ਯਾਦ ਰੱਖੋ, ਜੇ ਤੁਸੀਂ ਪਰਿਸਥਿਤੀਆਂ ਤੋਂ ਤੇ ਸੰਸਾਰ ਦੀਆਂ ਚੀਜ਼ਾਂ ਤੋਂ, ਹਾਕਮਾਂ ਤੋਂ, ਹੋਰ ਚੀਜ਼ਾਂ ਤੋਂ ਡਰ ਰਹੇ ਹੋ ਤਾਂ ਪਰਮੇਸ਼ਵਰ ਤੋਂ ਕਿੰਨਾ ਡਰਨਾ ਚਾਹੀਦਾ ਹੈ, ਪਰਮੇਸ਼ਰ ਦਾ ਡਰ ਕਿੰਨਾ ਹੋਣਾ ਚਾਹੀਦਾ ਹੈ। ਇਸ ਲਈ ਪਰਮੇਸ਼ਰ ਦੇ ਡਰ ਦੇ ਵਿੱਚ ਆਈਏ। ਜਿਹੜਾ ਪਰਮੇਸ਼ਰ ਤੋਂ ਡਰਦਾ ਹੈ ਉਸ ਦੇ ਨਾਲ ਪਰਮੇਸ਼ਰ ਦੇ ਦੂਤ ਰਹਿੰਦੇ ਨੇ ਔਰ ਦੂਤ ਉਸ ਨੂੰ ਛੁਟਕਾਰਾ ਦਿੰਦੇ ਨੇ। ਖੁਦਾ ਦਾ ਕਲਾਮ ਸਾਨੂੰ ਸਿਖਾਉਂਦਾ ਹੈ ਔਰ ਅਸੀਂ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਕਰਨ ਵਾਲੇ ਤੇ ਉਸ ਦੇ ਅਨੁਸਾਰ ਚੱਲਣ ਵਾਲੇ ਲੋਕ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਨਾ ਵਚਨਾਂ ਤੇ ਵਿਸ਼ਵਾਸ ਕਰੀਏ ਕਿ ਜਿਸ ਨੇ ਕਿਹਾ ਹੈ ਕਿ ਉਸ ਦਾ ਦੂਤ ਤੁਹਾਡੇ ਨਾਲ, ਤੁਹਾਡੇ ਆਲੇ ਦੁਆਲੇ ਡੇਰਾ ਲਾਉਂਦਾ ਹੈ ਔਰ ਤੁਹਾਨੂੰ ਛੁਟਕਾਰਾ ਦਿੰਦਾ ਹੈ, ਤਾਂ ਵਿਸ਼ਵਾਸ ਕਰੋ। ਤੁਹਾਨੂੰ ਕਿਸੇ ਹੋਰ ਦੀ ਮਦਦ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਪਰਮੇਸ਼ਵਰ ਦੀ ਮਦਦ ਦੀ ਜ਼ਰੂਰਤ ਹੈ। ਪਰਮੇਸ਼ਵਰ ਤੁਹਾਡੀ ਸਹਾਇਤਾ ਕਰੇਗਾ। ਪਰਮੇਸ਼ਵਰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਤੁਹਾਨੂੰ ਸੰਭਾਲੇਗਾ। ਪਰਮੇਸ਼ਵਰ ਤੁਹਾਨੂੰ ਸਾਰੇ ਖਤਰੇ ਦੇ ਟੋਏ ਤੇ ਠੋਬਿਆਂ ਵਿੱਚੋਂ ਕੱਢ ਲਿਆਵੇਗਾ। ਔਰ ਮੈਂ ਵਿਸ਼ਵਾਸ ਕਰਦਾ ਕਿ ਜਿੰਨੇ ਤੁਸੀਂ ਅੱਜ ਮੈਨੂੰ ਸੁਣ ਰਹੇ ਹੋ, ਇਸ ਵਚਨ ਨੂੰ ਸੁਣ ਰਹੇ ਹੋ, ਪਰਮੇਸ਼ਵਰ ਦੇ ਵਚਨ ਦੀਆਂ ਗੱਲਾਂ ਨੂੰ ਸੁਣ ਰਹੇ ਹੋ, ਤੁਹਾਡੇ ਨਾਲ ਪਰਮੇਸ਼ਵਰ ਅਜੀਬ ਤੇ ਅਚੰਭੇ ਕੰਮ ਕਰਕੇ ਤੁਹਾਨੂੰ ਹਰ ਬੁਰੀ ਪਰਿਸਥਿਤੀ ਚੋਂ ਕੱਢ ਕੇ ਤੁਹਾਨੂੰ ਪਰਮੇਸ਼ਰ ਦਲੇਰ ਕਰਕੇ ਤੁਹਾਡੇ ਪੈਰਾਂ ਨੂੰ ਚਟਾਨ ਤੇ ਖੜਾ ਕਰੇਗਾ। ਤੁਹਾਨੂੰ ਪਰਮੇਸ਼ਰ ਬੁਲੰਦੀਆਂ 'ਚ ਲੈ ਕੇ ਜਾਏਗਾ। ਪਰਮੇਸ਼ਵਰ ਤੁਹਾਡੀ ਜ਼ੁਬਾਨ ਦੇ ਉੱਤੇ ਆਪਣੀ ਸਾਮਰਥ ਨੂੰ ਰੱਖੇਗਾ। ਪਰਮੇਸ਼ਵਰ ਤੁਹਾਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੇਗਾ। ਵਿਸ਼ਵਾਸੀ ਭੈਣੋ ਭਰਾਓ, ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ, ਜੇ ਪਾਸਟਰ ਚੁੱਪ ਕਰ ਗਿਆ, ਤੁਸੀਂ ਬੋਲਣਾ ਸ਼ੁਰੂ ਕਰ ਦਿਓ ਪਰਮੇਸ਼ਰ ਦਾ ਵਚਨ। ਜੇ ਤੁਸੀਂ ਬੋਲੋਗੇ, ਬਾਣੀ 'ਚ ਲਿਖਿਆ ਹੈ ਇੱਕ ਜਗ੍ਹਾ ਯਿਸੂ ਮਸੀਹ ਨੇ ਕਿਹਾ, ਜੇ ਕਹਿੰਦਾ ਸਾਰੀ ਦੁਨੀਆ ਦੇ ਲੋਕ ਚੁੱਪ ਹੋ ਜਾਣ ਤਾਂ ਪੱਥਰ ਚੀਕ ਪੈਣਗੇ। ਜੇ ਰੱਬ ਦਾ ਕੰਮ ਅੱਜ ਇਨਸਾਨ ਨਹੀਂ ਕਰਨਗੇ ਤਾਂ ਪਰਮੇਸ਼ਰ ਆਪਣਾ ਕੰਮ ਪੱਥਰਾਂ ਤੋਂ ਵੀ ਲੈ ਸਕਦਾ ਹੈ। ਤਾਂ ਫਿਰ ਸਾਡਾ ਤੇ ਤੁਹਾਡਾ ਕੀ ਫਾਇਦਾ ਹੋਏਗਾ? ਫਿਰ ਪਰਮੇਸ਼ਰ ਦੇ ਅਸੀਂ ਕਿਹੜੇ ਕੰਮ ਆਏ? ਮੇਰੇ ਅਜ਼ੀਜ਼ੋ, ਅੱਜ ਵੇਲਾ ਇਹ ਹੈ ਕਿ ਅਸੀਂ ਇਨਾਮ ਤੋਂ ਵਾਂਝੇ ਨਾ ਰਹਿ ਜਾਈਏ। ਖੁਦਾ ਨੇ ਸਾਨੂੰ ਤੇ ਤੁਹਾਨੂੰ ਜੋ ਕੰਮ ਦਿੱਤਾ ਹੈ ਉਹ ਪੂਰਾ ਕਰੀਏ, ਤਾਂ ਕਿ ਜਦੋਂ ਇਹ ਕੰਮ ਪੂਰਾ ਹੋ ਜਾਵੇ ਤੇ ਪਰਮੇਸ਼ਵਰ ਤੁਹਾਨੂੰ ਤੇ ਸਾਨੂੰ ਕਹਿ ਸਕੇ, ਸ਼ਾਬਾਸ਼ ਮੇਰੇ ਬੇਟੇ, ਸ਼ਾਬਾਸ਼ ਮੇਰੀ ਬੇਟੀ, ਤੂੰ ਥੋੜੇ 'ਚ ਵੀ ਵਫਾਦਾਰੀ ਨਿਭਾਈ ਹੈ, ਤੈਨੂੰ ਮੈਂ ਬਹੁਤੇ ਦਾ ਅਧਿਕਾਰੀ ਬਣਾਉਂਦਾ ਹਾਂ। ਤੋ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਕਤ ਦੇਵੇ, ਆਸ਼ੀਸ਼ ਦੇਵੇ। ਬਣੇ ਰਹੋ ਸਾਡੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚ। ਔਰ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਦੇ ਸਾਰੇ ਪਰਮੇਸ਼ਰ ਦੇ ਵਚਨ ਦੇ ਵਿੱਚ ਚੱਲੋ। ਪਰਮੇਸ਼ਰ ਦੇ ਵਚਨ ਨੂੰ ਜ਼ਿਆਦਾ ਮਹੱਤਵ ਦਿਓ, ਪਰਮੇਸ਼ਰ ਦੇ ਵਚਨ ਨੂੰ ਜ਼ਿਆਦਾ ਪੜ੍ਹੋ, ਪਰਮੇਸ਼ਰ ਦੇ ਵਚਨ ਨੂੰ ਜ਼ਿਆਦਾ ਸਮਝੋ। ਇਹ ਵੇਲਾ ਹੈ ਕਿ ਤੁਸੀਂ ਇਸ ਚੱਲ ਰਹੇ ਵਰਤਮਾਨ ਸਮੇਂ ਦੀ ਪਰਿਸਥਿਤੀ ਨੂੰ ਵਚਨਾਂ ਦੁਆਰਾ ਸਮਝ ਸਕੋ। ਗॉड ਬlesਸ ਯੂ। ਸ਼ਾਲੋਮ।